ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਰਾਸ ਚੱਲ ਰਹੀ ਹੈ। ਕੱਲ੍ਹ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਅਨਿੰਨ ਸੇਵਕ ਸਿੱਖ ਸੂਰਮੇ ਬਹਾਦਰ ਭਾਈ ਬਿਧੀ ਚੰਦ ਜੀ ਨੂੰ ਸ਼ਕਤੀਆਂ ਕਰਾਮਾਤਾਂ ਦੇ ਕੇ ਦੇਵਨਗਰ ਵਿਖੇ ਭੇਜਿਆ। ਗੁਰੂ ਸਾਹਿਬ ਜੀ ਤੋਂ ਸ਼ਕਤੀ ਪਾ ਕਰਕੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਭਾਈ ਬਿਧੀ ਚੰਦ ਜੀ ਦੇਵਨਗਰ ਜੋ ਯੂਪੀ ਵਿੱਚ ਹੈ ਉੱਥੇ ਪੁੱਜੇ। ਜਦੋਂ ਬਾਗ ਵਿੱਚ ਪੁੱਜੇ, ਉਹ ਬਾਗ ਦਰਖਤ ਸੁੱਕਾ ਸੀ। ਭਾਈ ਬਿਧੀ ਚੰਦ ਜੀ ਦੇ ਪ੍ਰਵੇਸ਼ ਕਰਨ ਦੇ ਨਾਲ ਉਹ ਦਰਖਤ ਹਰਾ ਭਰਾ ਹੋ ਗਿਆ। ਲੋਕਾਂ ਨੇ ਦੇਖ ਕੇ ਬੜੀ ਹੈਰਾਨੀ ਕੀਤੀ ਕਿ ਇਹਨਾਂ ਦੇ ਆਉਣ ਕਰਕੇ ਇਹ ਬਾਗ, ਇਹ ਦਰਖਤ ਸਭ ਹਰਾ ਭਰਾ ਹੋ ਗਿਆ। ਉੱਥੇ ਇੱਕ ਸੁੰਦਰ ਸਾਹ ਫਕੀਰ ਜੰਗਲ 'ਚ ਰਹਿੰਦਾ ਸੀ। ਉਸਨੇ ਵੀ ਇਹ ਗੱਲ ਸੁਣੀ ਔਰ ਉਸਨੇ ਸ਼ੇਰ ਨੂੰ ਆਵਾਜ਼ ਮਾਰੀ। ਸ਼ੇਰ 'ਤੇ ਸਵਾਰ ਹੋ ਕਰਕੇ ਆਇਆ। ਆਪਣੇ ਸ਼ੇਰ ਕੋਲੋਂ ਭਾਈ ਬਿਧੀ ਚੰਦ ਜੀ ਨੂੰ ਫੜਾਉਣਾ ਚਾਹਿਆ। ਭਾਈ ਬਿਧੀ ਚੰਦ ਜੀ ਨੇ ਤਾੜ ਕੇ ਜਦੋਂ ਸ਼ੇਰ ਵੱਲ ਵੇਖਿਆ, ਉਹ ਉੱਥੇ ਹੀ ਖੜ ਗਿਆ, ਮਾਨੋ ਜੜ ਹੋ ਗਿਆ ਹੋਵੇ। ਇਸ ਨੇ ਸਾਰੀਆਂ ਸ਼ਕਤੀਆਂ ਲਾਈਆਂ ਸੁੰਦਰ ਸਾਹ ਫਕੀਰ ਨੇ, ਪਰ ਕੋਈ ਸ਼ਕਤੀ ਕੰਮ ਨਾ ਆਈ। ਇੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੈ, ਸ਼ਕਤੀਆਂ ਦੇ ਕੇ ਭੇਜਿਆ ਸੀ। ਸੁੰਦਰ ਸਾਹ ਫਕੀਰ ਆਪਣੇ ਆਪ ਨੂੰ ਬਹੁਤ ਤੁੱਛ, ਕਮਜ਼ੋਰ, ਦੀਨਹੀਨ ਸਮਝਣ ਲੱਗਿਆ। ਮਨ ਵਿੱਚ ਵਿਚਾਰਦਾ, ਇਹ ਤਾਂ ਮੈਥੋਂ ਬਹੁਤ ਉੱਪਰ ਕਾਮਲ ਹਨ। ਫਿਰ ਆ ਕਰਕੇ ਚਰਨਾਂ 'ਤੇ ਨਮਸਕਾਰ ਕੀਤੀ ਕਿ ਮੇਰੇ ਅਪਰਾਧ ਨੂੰ ਬਖਸ਼ ਦਿਓ। ਤਾਂ ਉਸ ਵੇਲੇ ਭਾਈ ਬਿਧੀ ਚੰਦ ਜੀ ਨੇ ਬਖਸ਼ ਦਿੱਤਾ। ਫਿਰ ਕਿਹਾ, ਇਸ ਸ਼ੇਰ ਨੂੰ ਮੁਕਤ ਕਰ ਦਿਓ। ਕਹਿੰਦੇ ਕਠਿਨ ਯਤਨ ਕਰਨਾ ਪਵੇਗਾ। ਸਤਨਾਮ ਵਾਹਿਗੁਰੂ ਕਹਿ ਕੇ ਜਲ ਦਾ ਛੱਟਾ ਮਾਰੋ, ਇਹ ਮੁਕਤ ਹੋ ਜਾਵੇਗਾ, ਸ਼ੇਰ ਜੂਨੀ ਤੋਂ ਛੁਟਕਾਰਾ ਪਾ ਲਵੇਗਾ। ਸਤਨਾਮ ਵਾਹਿਗੁਰੂ ਕਹਿ ਕੇ ਛੱਟਾ ਮਾਰਿਆ। ਉਹ ਸ਼ੇਰ ਜਿਹੜਾ ਹੈ, ਉਹ ਸ਼ੇਰ ਜੂਨੀ ਨੂੰ ਛੱਡ ਕਰਕੇ ਦਿਵ ਸਰੂਪ ਵਾਲਾ ਹੋ ਕਰਕੇ ਬੈਕੁੰਠ ਨੂੰ ਜਾਣ ਲੱਗਿਆ, ਸਵਰਗਪੁਰੀ ਨੂੰ ਜਾਣ ਲੱਗਿਆ। ਤਾਂ ਸੁੰਦਰ ਸਾਹ ਫਕੀਰ ਨੇ ਪੁੱਛਿਆ, ਭਾਈ ਤੂੰ ਕੌਣ ਹੈ ਔਰ ਸ਼ੇਰ ਦੀ ਜੂਨੀ ਕਿਵੇਂ ਪਾਈ? ਤਾਂ ਉਹ ਆਪਣੀ ਜਨਮ ਕਥਾ ਸੁਣਾਉਂਦਾ ਸ਼ੇਰ ਕਿ ਇੱਕ ਦਿਨ ਮੈਂ ਦੇਵ ਸਭਾ ਵਿੱਚ ਬੈਠਾ ਸਾਂ ਅਤੇ ਦੁਰਵਾਸਾ ਰਿਖੀ ਜੋ ਕ੍ਰਿਸ਼ਨ ਭਗਵਾਨ ਦੇ ਗੁਰੂ ਹੋਏ ਹਨ, ਉਹ ਆਏ
और मेरे उपरों दी लंघ करके एक थां ते जा बैठे। मैं उस वेले बड़े गुस्से विच आ करके और बहुत क्रोध लाल नेत्र करके मैं देखा। तो जिस वेले दुर्वासा ऋषि ने मैनू देखा कि ओए तू शेर वांग क्यों सानू देखदा है, जा धरती ते जाके शेर बन। तो फिर मैं डर दे मारे पूछा कि मेरा उद्धार कदों होवेगा, श्राप दा अंत कदों होवेगा। तो दुर्वासा ऋषि ने कहा सी कलयुग दे विच गुरु नानक देव पातशाह जी का अवतार होवेगा। जदों 6वां जामा धारण करनगे उन्हां दा एक ज्ञानी सिख आवेगा, उन्हां दे दर्शन करके तेरी गति होवेगी। हुण इन्हां ने सानू दर्शन दिते हैं, इन्हां ने साडा उद्धार किया है, तू धन है, इन्हां दे चरनी लग, अपनी मनोकामनावां पूर्ण कर। सो चूड़ामन कवि भाई साहब भाई संतोख सिंह जी ये सारी कथा छंदाबंदी विच वर्णन की है। अगली कथा सरवण करन दे लई आपो अपनियां मनोबिरतियां नूं एकागर करिए। गुर की मूरत मन में ध्यान, गुर कै शब्द मंत्र मन मान, गुर कै चरण हृदय लै धारों, गुर पार ब्रह्म सदा नमस्कारों। सतगुरां दे पवित्र चरना कमलां नूं हिरदे विच वसाउंदे होए रसना पवित्र करिए। सारे माई भाई गज बज के आखिए सतनाम श्री वाहिगुरु साहिब जी। फिर सारे गज के आखिए सतनाम श्री वाहिगुरु साहिब जी। सतनाम श्री वाहिगुरु साहिब जी। चौपाई। तपनिद क्रोध श्राप बखाने। सो साध संगत जी कवियां दे सिरवा और चूड़ामन कवि भाई साहब भाई संतोख सिंह जी अगली कथा वर्णन कर रहे हैं। शेर जूनी तो छुटकारा पाके अपनी जन्म कथा वो सुना रहा है भाई विधि चंद जी नूं ते सुंदर साह फकीर नूं कि एक दिन मैं देव सभा विच बैठा सा, दुर्वासा ऋषि जी आए, वो मेरे उपरों दी लंघ के अगे जाके बैठ गए। मैं शेर वांग लाल नेत्र करके जिस वेले दुर्वासा ऋषि नूं देखा, वो तप दे खजाने दुर्वासा ऋषि जी जो बड़े ही तामसी सुभाव वाले सन, बड़े क्रोधी सुभाव वाले सन, झाटी हर एक नूं श्राप दे दिंदे सन। वो श्राप देण विच माहिर सन, झाटी श्राप दे दिंदे सन। अमरीक राजे नूं भी श्राप दिता, फिर सुदर्शन चक्र मगर लग्या, माफ़ी मंगी, फिर दुर्वासा ऋषि का छुटकारा होया। इस तरह बहुत बारी दुर्वासा ऋषि ने क्रोध विच आके श्राप दे दिता। जो कृष्ण भगवान का गुरु सी दुर्वासा ऋषि बड़े क्रोधी सुभाव वाले। एक बारी नारद मुनि जी तुरे जाते सन तां इधरों दुर्वासा ऋषि ग्रंथां दी पंड चुकी आ रहा सी सिर ते नारद मुनि ने सुते सुबह कह दिता कि भार बाही गर्दा बहागता, कि भार बाउण वाला खोता आ रहा है। भार कौन चुकदा है? खोता। ते फिर जदों ख्याल आया ये क्रोधी सुभाव वाले हैं, श्राप दे देणगे, ते हाथ जोड़ के माफ़ी मंगण लग्या नारद मुनि कि हे ऋषि वर श्राप ना देना। मैं इस करके कहा कि तुसी ग्रंथां दा भार सिर ते चुक्की फिरदे हो, मैं भी इसे तरह ग्रंथां दा भार सिर ते चुक्की फिरदा सी। पर मेरे पिता वर्मा जी ने कहा पुत्र राम नाम जपया कर, वाहिगुरु दा नाम जपया कर, तां तेरा उद्धार होना है। निरे ग्रंथ पढ़न दे नाल उधार नहीं होना। तो मैं सारे ग्रंथ पढ़ने छड़ दिते, हुण वाहिगुरु का नाम जपदा, तुसी भी नाम जपया करो। सो क्रोधी स्वभाव वाले जदों दुर्वासा ऋषि ने मेरे वाल देखा, मुझ दिस देखत शेर समाना, और मेरी तरफ जिस वेले दुर्वासा ऋषि ने देखा और मन च विचारिया कि शेर वांग
ਗਹਿਰੀ ਦ੍ਰਿਸ਼ਟੀ ਦੇ ਨਾਲ ਦੇਖ ਰਿਹਾ ਹੈ। ਤਰੋ ਜੂਨ ਅਵਨੀ ਤਲ ਜਾਏ। ਤੂੰ ਮੈਨੂੰ ਸ਼ੇਰ ਵਾਂਗ ਕਿਉਂ ਦੇਖ ਰਿਹਾ ਹੈ? ਜਾ ਧਰਤੀ ਤੇ ਜਾ ਕੇ ਸ਼ੇਰ ਬਣ। ਸੁਨ ਮੈਂ ਬੁਝਿਓ ਬਹੁ ਡਰ ਪਾਏ। ਮੈਂ ਬਹੁਤਾ ਡਰ ਪਾ ਕਰਕੇ ਰਿਖੀ ਵਰ ਦੁਰਵਾਸਾ ਰਿਖੀ ਨੂੰ ਪੁੱਛਿਆ, ਸਰਾਪ ਅੰਤ ਕਬ ਹੋਵੇ ਮੇਰਾ। ਮੇਰੇ ਸਰਾਪ ਦਾ ਅੰਤ ਕਦੋਂ ਹੋਵੇਗਾ? ਕਿਰਪਾ ਕਰਤ ਬੋਲਿਓ ਤਿਸ ਬੇਰਾ। ਕਿਰਪਾ ਕਰਕੇ ਉਸ ਵੇਲੇ ਦੁਰਵਾਸਾ ਰਿਖੀ ਨੇ ਇਉਂ ਕਹਿਆ, ਸ੍ਰੀ ਗੁਰ ਸਰਾਪ ਅੰਤ ਕਬ ਹੋਵੇ। ਔਰ ਤੇਰੇ ਸਰਾਪ ਦਾ ਅੰਤ ਤਦੋਂ ਹੋਵੇਗਾ ਸ੍ਰੀ ਗੁਰ ਨਾਨਕ ਕਲ ਅਵਤਾਰੇ। ਜਦੋਂ ਕਲਯੁਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅਵਤਾਰ ਹੋਵੇਗਾ। ਸੇ ਜਬ ਖਸ਼ਟਮ ਬਪ ਕੋ ਤਾਰੇ। ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਛੇਵਾਂ ਜਾਮਾ ਧਾਰਨ ਕਰਨਗੇ, ਇਸ ਕੋ ਸਿੱਖ ਗਿਆਨੀ ਇੱਕ ਦੇਖ। ਛੇਵੇਂ ਪਾਤਸ਼ਾਹ ਦਾ ਇੱਕ ਗਿਆਨਵਾਨ ਸਿੱਖ ਤਬ ਮੁਕਤੈ ਗੋ ਸਰਾਪ ਵਿਸੇਖ। ਜਦੋਂ ਉਹਨਾਂ ਦੇ ਦਰਸ਼ਨ ਕਰੇਗਾ ਗਿਆਨੀ ਸਿੱਖ ਦੇ, ਗਿਆਨੀ ਸਿੱਖ ਤੋਂ ਭਾਵ ਸੀ ਭਾਈ ਵਿਧੀ ਚੰਦ ਜੀ ਦੇ, ਜੋ ਛੇਵੇਂ ਪਾਤਸ਼ਾਹ ਦੇ ਭੇਜੇ ਹੋਏ ਸਨ। ਜਦੋਂ ਉਹਨਾਂ ਦੇ ਦਰਸ਼ਨ ਕਰੇਗਾ ਤੇ ਸਰਾਪ ਦਾ ਅੰਤ ਹੋਵੇਗਾ। ਸੋਇ ਮੁਲਿਓ ਜੂਨ ਛੁੱਟ ਮੇਰੀ। ਇਹ ਹੁਣ ਸਾਨੂੰ ਮਿਲੇ ਹਨ, ਕਿਰਪਾ ਕਰਕੇ ਦਰਸ਼ਨ ਦਿੱਤੇ, ਹੁਣ ਸ਼ੇਰ ਦੀ ਜੂਨੀ ਛੁੱਟ ਗਈ ਮੇਰੀ। ਮੈਂ ਅਬ ਗਮਨੋ ਦਰਸ਼ਨ ਹੈਰੀ। ਮੈਂ ਇਹਨਾਂ ਦੇ ਦਰਸ਼ਨ ਕਰਕੇ ਹੁਣ ਮੈਂ ਬੈਕੁੰਠ ਨੂੰ ਜਾਂਦਾ ਹਾਂ। ਭਾਗ ਧਨ ਤੂੰ ਆਪਣੇ ਜਾਨ। ਹੇ ਸੁੰਦਰ ਸਾਹ ਫਕੀਰ, ਤੂੰ ਆਪਣੇ ਧਨ ਭਾਗ ਜਾਣਨਾ ਕਰ। ਪੂਰ ਕਾਮਨਾ ਹੋਏ ਮਹਾਨ। ਤੇਰੀ ਸਾਰੀ ਕਾਮਨਾ ਪੂਰਨ ਹੋਵੇਗੀ। ਏਕ ਨਵ ਕੀ ਓਰ ਸਿਧਾਇਓ। ਇਉਂ ਕਹਿ ਕੇ ਉਹ ਸ਼ੇਰ ਜੂਨੀ ਤੋਂ ਛੁਟਕਾਰਾ ਪਾ ਕਰਕੇ, ਜੋ ਸਾਰੇ ਗੰਧਰਵਾਂ ਦਾ ਰਾਜਾ ਸੀ ਔਰ ਦੁਰਵਾਸਾ ਰਿਖੀ ਦੇ ਸਰਾਪ ਨਾਲ ਸ਼ੇਰ ਬਣਿਆ ਸੀ, ਉਹ ਆਪਣੇ ਗੰਧਰਵ ਲੋਕ ਨੂੰ, ਦੇਵ ਲੋਕ ਨੂੰ ਚਲਾ ਗਿਆ। ਸੁੰਦਰ ਸਾਹੋ ਸੁਨਤ ਬਿਸਮਾਇਓ। ਸੁੰਦਰ ਸਾਹ ਫਕੀਰ ਸੁਣ ਕਰਕੇ ਬੜਾ ਹੈਰਾਨ ਹੋਇਆ। ਕਰ ਬਿਨਤੀ ਤਜ ਗਿਨਤੀ ਆਨ। ਹੋਰ ਸਾਰੀਆਂ ਸੋਚਾਂ ਗਿਣਤੀਆਂ ਨੂੰ ਛੱਡ ਕਰਕੇ ਬੇਨਤੀ ਕਰਨ ਲੱਗਿਆ, ਰਾਖਿਓ ਆਪਣੇ ਨਿਕਟ ਸੁਜਾਨ। ਹੇ ਸੁਜਾਨ ਚਤੁਰ ਗੁਰੂ ਕੇ ਪਿਆਰੇ ਸਿੱਖ, ਮੈਨੂੰ ਆਪਣੇ ਕੋਲ ਰੱਖਣਾ ਕਰੋ। ਅਨਕ ਭਾਂਤ ਕੀ ਸੇਵਾ ਕਰੀ। ਸੁੰਦਰ ਸਾਹ ਫਕੀਰ ਨੇ ਭਾਈ ਵਿਧੀ ਚੰਦ ਜੀ ਨੂੰ ਆਪਣੇ ਕੋਲ ਰੱਖਿਆ, ਅਨੇਕ ਪ੍ਰਕਾਰ ਦੀ ਸੇਵਾ ਕੀਤੀ। ਸੁਨਤ ਬਚਨ ਦੁਬਧਾ ਸਭ ਹਰੀ। ਭਾਈ ਵਿਧੀ ਚੰਦ ਜੀ ਪਾਸੋਂ ਬਚਨ ਸੁਣ ਕਰਕੇ ਆਪਣੇ ਮਨ ਦੀ ਸਾਰੀ ਦੁਬਧਾ ਦੂਰ ਕੀਤੀ। ਤੀਨ ਦਿਵਸ ਬਸ ਵਿਧਿਆ ਚਾਲਾ। ਔਰ ਭਾਈ ਵਿਧੀ ਚੰਦ ਜੀ ਜਿਨ੍ਹਾਂ ਦੀ ਬੜੀ ਨਿਰਾਲੀ ਚਾਲ ਹੈ, ਭਾਈ ਵਿਧੀ ਚੰਦ ਦੀ ਸੰਗਤ ਕੀਤੀ ਸੁੰਦਰ ਸਾਹ ਫਕੀਰ ਨੇ। ਹਿਤ ਰਾਖਨ ਕੈ ਬਿਨੈ ਵਿਸਾਲਾ। ਔਰ ਭਾਈ ਵਿਧੀ ਚੰਦ ਜਦੋਂ ਚੱਲਣ ਵਾਸਤੇ ਤਿਆਰ ਹੋਏ, ਬੇਨਤੀ ਕਰਕੇ ਉਹਨਾਂ ਨੂੰ ਅਟਕਾ ਲਿਆ, ਰੋਕ ਲਿਆ। ਤੂੰ ਮੇਰੋ ਗੁਰ ਦੀਨਸ ਗਿਆਨਾ। ਤੁਸੀਂ ਮੇਰੇ ਗੁਰੂ ਹੋਏ ਹੋ, ਮੈਂ ਤੁਹਾਡਾ ਸੇਵਕ ਹਾਂ, ਮੈਂ ਤੁਹਾਡਾ ਚੇਲਾ ਹਾਂ, ਤੁਸੀਂ ਮੇਰੇ ਗੁਰੂ ਹੋ। ਆਪ ਜੀ ਨੇ ਮੈਨੂੰ ਗਿਆਨ ਦਾਨ ਦਿੱਤਾ ਹੈ। ਫਲ ਪ੍ਰਾਪਤ ਤਬ ਕੀਏ ਜੋ ਮਹਾਨਾ। ਜੋ ਮੈਂ ਮਹਾਨ ਤਪ ਕੀਤਾ ਉਹਦਾ ਫਲ ਮੈਨੂੰ ਮਿਲ ਗਿਆ, ਜੋ ਆਪ ਜੀ ਦੇ ਦਰਸ਼ਨ ਹੋਏ। ਰਿਓ ਨ ਜਾਏ ਤੁਮਾਰੇ ਬਿਨਾ। ਔਰ ਆਪ ਜੀ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾਂਦਾ। ਤਨ ਤਜਬੋ ਤੁਮ ਟਿਗ ਚਾਹੇ ਘਨਾ। ਮਨ ਵਿੱਚ ਬੜੀ ਚਾਹ ਹੈ, ਘਨਾ ਚਾਹ ਹੈ, ਬਹੁਤੀ ਚਾਹ ਹੈ ਕਿ ਮੈਂ ਤੁਹਾਡੇ ਸਮੀਪ, ਤੁਹਾਡੀ ਮੌਜੂਦਗੀ ਵਿੱਚ ਮੈਂ ਆਪਣਾ ਸਰੀਰ ਤਿਆਗਾਂ। ਵਿਧੀ ਚੰਦ ਸੁਨ ਧੀਰਜ ਦੀਨ। ਭਾਈ ਵਿਧੀ ਚੰਦ ਜੀ ਨੇ ਸੁਣ ਕੇ ਸੁੰਦਰ ਸਾਹ ਫਕੀਰ ਨੂੰ ਦਿਲਾਸਾ ਦਿੱਤਾ। ਮਮ ਤੁਮ ਬੈਸਿਕ ਸਮਚੀਨ। ਇਹ ਫਕੀਰ ਜੀ, ਸਾਡੀ ਤੇ ਤੁਹਾਡੀ ਉਮਰ ਇੱਕ ਸਮਾਨ ਹੈ। ਮਾਸੁਰ ਬਾਸੁਰ ਘਟਕਾ ਸੋਏ। ਮਹੀਨਾ ਦਿਨ ਔਰ ਘੜੀ ਉਹੀ ਹੋਵੇਗੀ। ਮੋਰ ਤੋਰ ਤਨ ਤਿਆਗਨ ਹੋਏ। ਮੇਰਾ ਤੇ ਤੁਹਾਡਾ ਸਰੀਰ ਦਾ ਤਿਆਗਣਾ ਉਸੇ ਸਮੇਂ ਹੋਵੇਗਾ। ਇੱਕੋ ਮਹੀਨੇ, ਇੱਕੇ ਦਿਨ, ਇੱਕੇ ਘੜੀ ਵਿੱਚ
ਸਾਡੇ ਦੋਹਾਂ ਦੇ ਸਰੀਰ ਦਾ ਤਿਆਗ ਹੋਵੇਗਾ। ਸੁਨਤ ਆਨੰਦ ਭਾ ਸੁੰਦਰ ਸਾਹੂ। ਸੁੰਦਰ ਸਾਹਿਬ ਫਕੀਰ ਸੁਣ ਕੇ ਬੜਾ ਆਨੰਦ ਪ੍ਰਸੰਨ ਹੋਇਆ। ਕਿਰਪਾ ਤਬ ਹੋਵੋ ਪਾਹੂ। ਔਰ ਕਿਰਪਾ ਕਰੋ ਜਦੋਂ ਮੇਰਾ ਅੰਤ ਸਮਾਂ ਆਵੇ ਤੁਸੀਂ ਮੇਰੇ ਕੋਲ ਰਹਿਣਾ। ਤੁਸੀਂ ਤੁਹਾਡੀ ਹਜ਼ੂਰੀ ਵਿੱਚ ਤੁਹਾਡੀ ਮੌਜੂਦਗੀ ਵਿੱਚ ਮੈਂ ਸਰੀਰ ਛੱਡਣਾ ਚਾਹੁੰਦਾ ਹਾਂ। ਦੋਨੋਂ ਤਨ ਤਿਆਗੈ ਇੱਕ ਕਾਲ। ਇੱਕੋ ਸਮੇਂ ਅਸੀਂ ਦੋਵੇਂ ਸਰੀਰ ਤਿਆਗਾਂਗੇ। ਗਮਨੋ ਲੈ ਪਰਲੋਕ ਨਿਜ ਨਾਲ। ਹੇ ਗੁਰੂ ਕੇ ਪਿਆਰੇ ਸਿੱਖ, ਮੈਨੂੰ ਵੀ ਆਪਣੇ ਨਾਲ ਲੈ ਕੇ ਪਰਲੋਕ ਚੱਲਣਾ। ਦਾਸ ਜਾਨ ਨਿਜ ਬਿਰਦ ਸੰਭਾਰੋ। ਆਪਣਾ ਦਾਸ ਜਾਣ ਕਰਕੇ ਆਪਣੇ ਧਰਮ ਨੂੰ ਸੰਭਾਲਣਾ ਕਰੋ, ਆਪਣੇ ਬਿਰਦ ਦੀ ਸੰਭਾਲ ਕਰੋ। ਆਪ ਤਰੋ ਅਰ ਮੋਹ ਕੋ ਤਾਰੋ। ਤੁਸੀਂ ਆਪ ਵੀ ਤਰੋ, ਮੈਨੂੰ ਵੀ ਤਾਰਨਾ ਕਰੋ। ਸੁਨ ਬੇਨਤੀ ਵਿਧਿਆ ਸੁਪ੍ਰਸੰਨ। ਸੁੰਦਰ ਸਾਹਿਬ ਫਕੀਰ ਦੀ ਬੇਨਤੀ ਸੁਣ ਕੇ ਭਾਈ ਬਿਧੀ ਚੰਦ ਜੀ ਪ੍ਰਸੰਨ ਹੋਏ। ਤਬ ਸੰਕਲਪ ਹੋਏ ਨੈ ਅੰਨ। ਔਰ ਸੁੰਦਰ ਸਾਹਿਬ ਫਕੀਰ ਦੇ ਮਨ ਵਿੱਚ ਹੋਰ ਕੋਈ ਸੰਕਲਪ ਨਹੀਂ ਹੋਇਆ। ਜਵੈ ਸਮਾਤਨ ਤਜਵੇ ਹੋਏ। ਜਦੋਂ ਸਰੀਰ ਤਿਆਗਣ ਦਾ ਸਮਾਂ ਆਵੇਗਾ ਤੁਝ ਟਿਕ ਪਹੁੰਚੋ ਲਖ ਮੈਂ ਸੋਏ। ਭਾਈ ਬਿਧੀ ਚੰਦ ਜੀ ਕਹਿੰਦੇ ਹਨ, ਜਦੋਂ ਅੰਤ ਸਮਾਂ ਆਵੇਗਾ, ਸਾਡੇ ਤੁਹਾਡੇ ਸਰੀਰ ਦਾ ਤਿਆਗਣ ਦਾ ਸਮਾਂ ਆਵੇਗਾ, ਮੈਂ ਤੁਹਾਡੇ ਕੋਲ ਪਹੁੰਚ ਜਾਵਾਂਗਾ। ਭਾਵੇਂ ਕਿਤੇ ਵੀ ਹੋਵਾਂ, ਮੈਂ ਤੁਹਾਡੇ ਕੋਲ ਜ਼ਰੂਰ ਪਹੁੰਚਾਂਗਾ। ਇਹਾਂ ਆਨ ਮੈਂ ਤਿਆਗੋ ਪ੍ਰਾਨ। ਮੈਂ ਇੱਥੇ ਆ ਕਰਕੇ ਹੀ ਸਰੀਰ ਆਪਣਾ ਤਿਆਗਾਂਗਾ। ਭਾਈ ਬਿਧੀ ਚੰਦ ਜੀ ਕਹਿ ਰਹੇ ਹਨ, ਬੈਠੋ ਆਪ ਤਰੋ ਗੁਰ ਧਿਆਨ। ਇੱਥੇ ਬੈਠ ਕੇ ਤੁਸੀਂ ਗੁਰੂ ਚਰਨਾਂ ਦਾ ਧਿਆਨ ਧਾਰਨਾ ਕਰੋ। ਸੁਨੇ ਆਨੰਦ ਬਹੁ ਸੁੰਦਰ ਸਾਹੂ। ਇਹ ਸੁਣ ਕੇ ਸੁੰਦਰ ਸਾਹਿਬ ਫਕੀਰ ਬੜਾ ਆਨੰਦ ਪ੍ਰਸੰਨ ਹੋਇਆ। ਬੰਦਤ ਵਿਧੀ ਚੰਦ ਪਦ ਪਾਹੂ। ਭਾਈ ਬਿਧੀ ਚੰਦ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ। ਅਬ ਮੈਂ ਕਾਜ ਗੁਰੂ ਕੋ ਜਾਵਾਂ। ਭਾਈ ਬਿਧੀ ਚੰਦ ਨੇ ਕਿਹਾ, ਮੈਂ ਹੁਣ ਗੁਰੂ ਸਾਹਿਬ ਜੀ ਦੇ ਕੰਮ ਵਾਸਤੇ ਜਾ ਰਿਹਾ। ਜਿਸ ਕੰਮ ਲਈ ਗੁਰੂ ਸਾਹਿਬ ਜੀ ਨੇ ਭੇਜਿਆ ਉਹ ਕੰਮ ਕਰਨਾ ਜ਼ਰੂਰੀ ਹੈ, ਇਸ ਲਈ ਮੈਂ ਜਾਂਦਾ ਹਾਂ। ਤਨ ਕੇ ਅੰਤ ਸਮੈ ਪੁਨ ਆਵਾਂ। ਸਰੀਰ ਦੇ ਅੰਤ ਸਮੇਂ ਮੈਂ ਪੁਨः ਆਵਾਂਗਾ ਇਸੇ ਅਸਥਾਨ ਤੇ। ਇਮ ਕਹਿ ਗਇਓ ਦੋਸ ਤਿਸ ਮਾਹੀ। ਇਉਂ ਕਹਿ ਕੇ ਭਾਈ ਬਿਧੀ ਚੰਦ ਜੀ ਉਸ ਦੇਸ਼ ਵਿੱਚ ਚਲੇ ਗਏ। ਗੁਰ ਸੰਗਤ ਪਥਰੀ ਪਠ ਜਾਹੀ। ਜਿੱਥੇ ਗੁਰੂ ਸਾਹਿਬ ਜੀ ਨੇ ਸੰਗਤਾਂ ਦੇ ਪ੍ਰਤੀ ਹੁਕਮਨਾਮਾ ਭੇਜਿਆ ਸੀ। ਸਾਗਰ ਟਾਪੂ ਮੈਂ ਅਭਿਰਾਮ। ਸਮੁੰਦਰ ਦੇ ਵਿੱਚ ਇੱਕ ਬਹੁਤ ਸੁੰਦਰ ਟਾਪੂ ਸੀ। ਪੁਰ ਮੈਂ ਨਾਕ ਤਾਹੀ ਕੋ ਨਾਮ। ਉਸ ਟਾਪੂ ਦਾ ਨਾਮ ਮੈਨਾਕਪੁਰ ਸੀ। ਮੈਨਾਕਪੁਰ ਉਸ ਟਾਪੂ ਦਾ ਨਾਮ ਸੀ। ਦਿਓ ਹੁਕਮਨਾਮਾ ਗੁਰ ਕੇਰਾ। ਔਰ ਮੈਨਾਕਪੁਰੀ ਵਿਖੇ ਪਹੁੰਚ ਕਰਕੇ ਭਾਈ ਬਿਧੀ ਚੰਦ ਜੀ ਨੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਦਿੱਤਾ ਸਿੱਖ ਸੰਗਤਾਂ ਨੂੰ। ਇਹ ਸਿੱਖ ਪਿਖੋ ਰੂਪ ਜਿਮ ਮੋਰਾ। ਪੱਤਰਕਾ ਵਿੱਚ ਹੁਕਮਨਾਮੇ ਵਿੱਚ ਲਿਖਿਆ ਸੀ ਕਿ ਐ ਸਿੱਖੋ ਸੰਗਤੋ, ਮੇਰਾ ਹੀ ਸਰੂਪ ਜਾਣਨਾ ਇਹਨਾਂ ਨੂੰ। ਸੁਨਤ ਆਨੰਦ ਪਏ ਸਿੱਖ ਸਾਰੇ। ਹੁਕਮਨਾਮਾ ਪੜ੍ਹ ਸੁਣ ਕਰਕੇ ਸਾਰੇ ਸਿੱਖ ਉਸ ਮੈਨਾਕਪੁਰੀ ਟਾਪੂ ਦੇ ਸਿੱਖ ਸੰਗਤ ਸਾਰੇ ਹੀ ਆਨੰਦ ਪ੍ਰਸੰਨ ਹੋਏ। ਗੁਰੂ ਕਾ ਸਰੂਪ ਜਾਣ ਕਰਕੇ ਮੱਥਾ ਟੇਕਿਆ ਭਾਈ ਬਿਧੀ ਚੰਦ ਜੀ ਨੂੰ। ਦੇਨ ਉਪਾਇਨ ਬੰਧਨ ਧਾਰੀ। ਔਰ ਭੇਟਾਵਾਂ ਰੱਖ ਕਰਕੇ ਚਰਨਾਂ ਤੇ ਗੁਰੂ ਸਮਾਨ ਮੱਥਾ ਟੇਕਿਆ। ਗੁਰੂ ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਗੁਰੂ ਅਤੇ ਸਿੱਖ ਵਿੱਚ ਕੋਈ ਭੇਦ ਨਹੀਂ। ਪੂਰਨ ਗੁਰਸਿੱਖ ਹੋਵੇ, ਕੱਚਾ ਪਿੱਲਾ ਨਾ ਹੋਵੇ। ਜਿਸ ਸਿੱਖ ਦੇ ਦਰਸ਼ਨ ਕੀਤਿਆਂ ਗੁਰੂ ਦੇ ਦਰਸ਼ਨ ਹੋ ਜਾਣ, ਉਹ ਸਭ ਤੋਂ ਮਹਾਨ ਸਿੱਖ ਹੈ। ਐਸੇ ਗੁਰਸਿੱਖਾਂ ਨੂੰ ਚੌਥੇ ਪਾਤਸ਼ਾਹ ਜੀ ਨਮਸਕਾਰ ਕਰਦੇ ਹਨ। ਹਉ ਤਿਸ ਗੁਰਸਿੱਖੋਂ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਜੋ ਗੁਰੂ ਕਾ ਸਿੱਖ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਮੈਂ ਉਹਨਾਂ ਨੂੰ ਨਮਸਕਾਰ ਕਰਦਾ। ਗੁਰੂ ਸਰੂਪ ਜਾਣ ਕਰਕੇ ਮੈਨਾਕਪੁਰੀ ਟਾਪੂ ਦੇ ਸਿੱਖ ਸੰਗਤਾਂ ਨੇ ਭਾਈ ਬਿਧੀ ਚੰਦ ਜੀ ਦੇ
ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ। ਸ੍ਰੀ ਗੁਰ ਹਰ ਗੋਬਿੰਦ ਮਨਿੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮਾਨ ਵਿਧੀ ਚੰਦ ਕੇ ਮਾਨੇ ਬ੍ਰਿੰਦ। ਸਾਰੀਆਂ ਸੰਗਤਾਂ ਭਾਈ ਬਿਧੀ ਚੰਦ ਜੀ ਨੂੰ ਗੁਰੂ ਕਾ ਸਰੂਪ ਜਾਣ ਕਰਕੇ ਮੰਨਣ ਲੱਗੀਆਂ। ਬਸਨ ਬਿਭੂਖਨ ਜਰੇ ਜਵਾਹਰ ਵਸਤਰ ਗਹਿਣੇ ਜਵਾਹਰਾਤ ਆਦਿਕ ਜਬਰ ਅਜਾਇਬ ਜੀਬ ਸੁਜਾਹਰ। ਜਿਨ੍ਹਾਂ ਦੀ ਜ਼ਾਹਰ ਪ੍ਰਤੱਖ ਬੜੀ ਸ਼ੋਭਾ ਹੈ, ਜਗਮਗ ਕਰਦੀ ਹੈ, ਐਸੇ ਸੋਨੇ ਚਾਂਦੀ ਦੇ ਜਵਾਹਰਾਤਾਂ ਦੇ ਗਹਿਣੇ ਆਦਿਕ ਭੇਟਾਵਾਂ ਕੀਤੀਆਂ। ਭਾਂਤ ਭਾਂਤ ਕੇ ਭੋਜਨ ਪਾਵਤ ਨਾਨਾ ਪ੍ਰਕਾਰ ਦੇ ਸੁੰਦਰ ਸਵਾਦਿਸ਼ਟ ਭੋਜਨ ਤਿਆਰ ਕਰਕੇ ਛਕਾਉਂਦੇ ਹਨ। ਪ੍ਰੇਮ ਭਾਵ ਤੇ ਭਲੇ ਅਚਾਵਤ ਬੜੇ ਪ੍ਰੇਮ ਭਾਵ ਦੇ ਨਾਲ ਭਲੀ ਪ੍ਰਕਾਰ ਭਾਈ ਬਿਧੀ ਚੰਦ ਜੀ ਨੂੰ ਗੁਰੂ ਕਾ ਸਰੂਪ ਜਾਣ ਕੇ ਮਾਨੋ ਗੁਰੂ ਸਾਹਿਬ ਜੀ ਨੂੰ ਭੋਜਨ ਛਕਾ ਰਹੇ ਹਨ। ਇਉਂ ਪ੍ਰੇਮ ਭਾਵ ਦੇ ਨਾਲ ਸਿੱਖ ਸੰਗਤਾਂ ਭਾਈ ਬਿਧੀ ਚੰਦ ਜੀ ਨੂੰ ਭੋਜਨ ਛਕਾਉਂਦੀਆਂ ਹਨ। ਰਹਿਣ ਦਿਵਸ ਆਏ ਸਮੈ ਰਹਿ ਦਿਨ ਰਾਤ ਭਾਈ ਬਿਧੀ ਚੰਦ ਜੀ ਦੀ ਆਗਿਆ ਵਿੱਚ ਰਹਿੰਦੇ ਹਨ। ਬਾਂਛਤ ਹਿਰਦੈ ਮਨੋਰਥ ਲਹੈ ਔਰ ਮਨ ਦੇ ਮਨੋਰਥ ਨੂੰ ਪੂਰੀਆਂ ਕਰਦੇ ਹਨ। ਗੁਰਬਾਣੀ ਪੜ੍ਹੇ ਅਰਥ ਸਮੇਤ ਗੁਰਬਾਣੀ ਨੂੰ ਪੜ੍ਹਦੇ ਹਨ ਅਰਥਾਂ ਦੇ ਸਹਿਤ। ਬਿਧੀ ਚੰਦ ਉਪਦੇਸ਼ ਸੋ ਦੇਤ ਭਾਈ ਬਿਧੀ ਚੰਦ ਜੀ ਗੁਰਬਾਣੀ ਦੇ ਅਰਥ ਸਮੇਤ ਸੁਣਾ ਕਰਕੇ ਸਭ ਨੂੰ ਕਿਰਤਾਰਥ ਕਰਦੇ ਹਨ। ਗੁਰ ਮਹਿਮਾ ਸਿਮਰਤ ਸਤਨਾਮ ਗੁਰਾਂ ਦੀ ਮਹਿਮਾ ਅਤੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਹਉ ਮੈਂ ਤਿਆਗਨ ਮਨ ਅਭਿਰਾਮ ਬਿਰਸਰਾਮ ਮਨ ਵਿਸਰਾਮ ਵਿੱਚ ਆ ਜਾਂਦਾ ਹੈ, ਸਥਿਤ ਹੋ ਜਾਂਦਾ, ਟਿਕ ਜਾਂਦਾ ਹੈ ਜਦੋਂ ਗੁਰਬਾਣੀ ਮਨ ਵਿੱਚ ਵਸ ਜਾਵੇ। ਸੋ ਹਉਮੈ ਦਾ ਤਿਆਗ ਜਦੋਂ ਕਰਦਾ ਹੈ ਤਾਂ ਹੀ ਮਨ ਸਥਿਰ ਹੁੰਦਾ ਹੈ। ਦਇਆ ਖਿਮਾ ਸੁਚ ਸੰਜਮ ਧੀਰਜ ਦਇਆ ਖਿਮਾ ਸੁਚ ਪਵਿੱਤਰਤਾ ਸੰਜਮ ਇੰਦਰੀਆਂ ਦਾ ਦਮਨ ਕਰਨਾ ਤੇ ਧੀਰਜ ਆਦਿਕ ਧਰਮ ਦੇ 10 ਚਿੰਨ੍ਹ ਦੱਸੇ ਹਨ ਵੇਦਾਂਤੀਆਂ ਨੇ। ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ। ਧਰਮ ਦੇ 10 ਲਿੰਗ ਹਨ, 10 ਚਿੰਨ੍ਹ ਹਨ। ਸੋ ਇਹ ਖਿਮਾ ਦਇਆ ਸੁਚ ਸੰਜਮ ਅਤੇ ਧੀਰਜ ਆਦਿਕ ਧਰਮ ਪਰਾਇਣ ਸਾਚ ਸੁਬੀਰਜ ਔਰ ਧਰਮ ਪਰਾਇਣ ਹੋਣਾ, ਧਰਮ ਦੀ ਪਾਲਣਾ ਕਰਨੀ। ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੈ ਜੈ ਕੋਏ। ਸੁਖੀ ਕਰੈ ਤੋ ਸੁਖ ਬਧੈ ਦੁਖੀ ਕਰੈ ਦੁਖ ਖੋਏ। ਸੁਖੀ ਦੁਖੀ ਦੋ ਤਰ੍ਹਾਂ ਦੇ ਮਨੁੱਖ ਹਨ ਸੰਸਾਰ ਵਿੱਚ। ਜੇਕਰ ਸੁਖੀਆ ਧਰਮ ਕਰਮ ਕਰਦਾ ਹੈ ਸੁਖ ਵਿੱਚ ਹੋਰ ਵਾਧਾ ਹੁੰਦਾ ਹੈ। ਦੁਖੀਆ ਅਗਰ ਧਰਮ ਕਰਮ ਕਰਦਾ, ਧਰਮ ਨੂੰ ਪਾਲਦਾ ਹੈ ਤੇ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਸ ਲਈ ਧਰਮ ਪਰਾਇਣ ਹੋਣਾ ਤੇ ਸੱਚਾ ਹੋਣਾ ਔਰ ਸਦ ਪ੍ਰਤੱਗੀ ਹੋਣਾ। ਗੁਰ ਸਿੱਖੀ ਨਿਰਮਲ ਸੰਤੋষ ਗੁਰਸਿੱਖੀ ਧਾਰਨ ਕਰਨੀ ਤੇ ਮਨ ਨਿਰਮਲ ਕਰਨਾ, ਹਿਰਦੇ ਵਿੱਚ ਸੰਤੋਖ ਧਾਰਨ ਕਰਨਾ। ਬਿਨਾ ਸੰਤੋਖ ਨਹੀਂ ਕੋ ਰਾਜੈ। ਸਦਾ ਗੁਰੂ ਕੇ ਰਹਿ ਭਰੋਸ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ ਭਾਈ ਬਿਧੀ ਚੰਦ ਜੀ ਕਿ ਹਮੇਸ਼ਾ ਸਤਿਗੁਰਾਂ ਦੇ ਭਰੋਸੇ ਰਹਿਣਾ, ਸਤਿਗੁਰਾਂ ਦੇ ਉੱਪਰ ਨਿਸ਼ਚਾ ਰੱਖਣਾ। ਤਜੋ ਸਿਆਨਬ ਸੁਰਜਨੋ ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪਉ ਜਾਏ। ਇੱਕ ਦੇ ਉੱਪਰ ਨਿਸ਼ਚਾ ਰੱਖਣਾ, ਇਹ ਗੁਰੂ ਦੇ ਉੱਪਰ ਭਰੋਸਾ ਰੱਖਣਾ। ਜਾਂ ਕੈ ਮਨ ਸਾਚਾ ਵਿਸ਼ਵਾਸ, ਜਿਨ੍ਹਾਂ ਦੇ ਮਨ ਵਿੱਚ ਸੱਚਾ ਵਿਸ਼ਵਾਸ ਹੈ, ਦ੍ਰਿੜ ਨਿਸ਼ਚਾ ਹੈ, ਉਹ ਗੁਰੂ ਕੇ ਪੂਰਨ ਸਿੱਖ ਹਨ। ਇਤਿਆਦਿਕ ਗੁਣ ਸਕਲ ਬਤਾਏ। ਇਤਿਆਦਿਕ ਗੁਰਸਿੱਖੀ ਦੇ ਅਸੂਲਾਂ ਦੇ ਮਾਰਗ ਸਾਰੇ ਦੱਸੇ ਭਾਈ ਬਿਧੀ ਚੰਦ ਜੀ ਨੇ। ਮਨ ਵਿਕਾਰ ਦੁਬਧਾ ਦੇ ਹਟਾਏ। ਮਨ ਵਿੱਚੋਂ ਦੁਬਧਾ ਆਦਿਕ ਸਾਰੇ ਵਿਕਾਰ ਹਟਾ ਦਿੱਤੇ। ਗੁਰਮਤ ਸਿੱਖਨ ਮੈਂ ਉਪਜਾਈ। ਸਿੱਖਾਂ ਦੇ ਮਨ ਵਿੱਚ ਗੁਰ ਸਿੱਖਿਆ ਗੁਰਮਤ ਪੈਦਾ ਕੀਤੀ। ਦੁਰਮਤ ਮਤ ਸਰ ਆਦ ਮਿਟਾਈ। ਦੁਰਮਤ ਖੋਟੀ ਮਤ ਮਤਸਰ ਈਰਖਾ ਬਖੀਲੀ ਇਹ ਸਾਰੇ ਵਿਕਾਰ ਦੂਰ ਕਰ ਦਿੱਤੇ। ਕਰ ਕਰ ਬਿਨੈ ਮਾਸਿਕ ਰਾਖਾ। ਔਰ ਬੇਨਤੀਆਂ ਕਰ ਕਰਕੇ 1 ਮਹੀਨਾ ਭਾਈ ਬਿਧੀ ਚੰਦ ਜੀ ਨੂੰ ਸੰਗਤਾਂ ਨੇ ਰੱਖਿਆ। ਅਸਨ ਅਚਾਏ ਮਰਦੁਲ ਬਪਾਖਾ। ਮਿਰਦੁਲ ਬਾਣੀ ਕਹਿ ਕਰਕੇ ਬੇਨਤੀਆਂ ਕਰ ਕਰਕੇ
ਸੁੰਦਰ ਸਵਾਦਿਸ਼ਟ ਭੋਜਨ ਤਿਆਰ ਕਰਕੇ ਛਕਾਉਂਦੇ ਹਨ। ਗਮਨ ਹੇਤ ਬਹੁ ਬਾਰੂ ਚਰਿਓ। ਇਧਰ ਭਾਈ ਵਿਧੀ ਚੰਦ ਜੀ ਨੇ ਪ੍ਰਸਥਾਨ ਕਰਨ ਵਾਸਤੇ ਬਹੁਤ ਵਾਰ ਕਿਹਾ, ਸੰਗਤ ਤਬੈ ਵਿਸਰਜਨ ਕਰਿਓ। ਫਿਰ ਮੈਨਾਕਪੁਰੀ ਟਾਪੂ ਦੀਆਂ ਸੰਗਤਾਂ ਨੇ ਭਾਈ ਵਿਧੀ ਚੰਦ ਜੀ ਨੂੰ ਸਤਕਾਰ ਦੇ ਸਹਿਤ ਵਿਦਾ ਕੀਤਾ। ਅਰਪੇ ਹੈ ਜਿਨ ਕੀ ਮਤ ਭਾਰੇ। ਇੱਕ ਘੋੜਾ ਬਹੁਤ ਕੀਮਤੀ ਬਹੁਮੁੱਲਾ ਚੰਚਲ ਬਲੀ ਘੋੜਾ ਵੀ ਅਰਪਣ ਕੀਤਾ। ਸੰਗ ਦਾਸ ਦੀਨਸ ਰਖਵਾਰੀ। ਰਖਵਾਲੀ ਵਾਸਤੇ ਬਹੁਤ ਸਾਰੇ ਸੇਵਕ ਵੀ ਨਾਲ ਕਰ ਦਿੱਤੇ। ਬਹੁਤ ਸਮਾਜ ਲੈ ਚੜਿਓ ਜਹਾਜੂ। ਬਹੁਤ ਸਾਰਾ ਸਾਜੋ ਸਮਾਜ ਲੈ ਕੇ ਭਾਈ ਵਿਧੀ ਚੰਦ ਜੀ ਜਹਾਜ਼ ਉੱਪਰ ਸਵਾਰ ਹੋਏ ਆਇਓ ਉਤਰ ਕੇਰ ਗੁਰ ਕਾਜੂ। ਔਰ ਪਾਰ ਉਤਰ ਕਰਕੇ ਗੁਰੂ ਸਾਹਿਬ ਜੀ ਦਾ ਕੰਮ ਪੂਰਾ ਕਰਕੇ ਭਾਈ ਵਿਧੀ ਚੰਦ ਜੀ ਵਾਪਸ ਆ ਗਏ। ਕੀਰਤਪੁਰ ਮੈਂ ਆਨ ਪ੍ਰਵੇਸਾ। ਭਾਈ ਵਿਧੀ ਚੰਦ ਜੀ ਸਾਜੋ ਸਮਾਜ ਭੇਟਾਵਾਂ ਜੋ ਦਿੱਤੀਆਂ ਸਨ ਗੁਰੂ ਕੀਆਂ ਸੰਗਤਾਂ ਨੇ, ਸਾਜੋ ਸਮਾਜ ਦੇ ਸਹਿਤ ਕੀਰਤਪੁਰ ਸਾਹਿਬ ਵਿਖੇ ਪ੍ਰਵੇਸ਼ ਕੀਤਾ। ਅਗਰ ਉਪਾਇ ਨਕੀਨ ਅਸੇਸਾ। ਸਾਰੀਆਂ ਭੇਟਾਵਾਂ ਅਰਪਣ ਕੀਤੀਆਂ ਭਾਈ ਵਿਧੀ ਚੰਦ ਜੀ ਨੇ ਗੁਰੂ ਚਰਨਾਂ ਵਿਖੇ। ਪਰਿਓ ਚਰਨ ਪਰ ਬੰਧਨ ਠਾਨੀ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਸੀਸ ਰੱਖ ਕੇ ਮੱਥਾ ਟੇਕਿਆ। ਮੁਖ ਮੁਸਕਾਏ ਦੇਖ ਕੈ ਬਾਨੀ। ਔਰ ਗੁਰੂ ਸਾਹਿਬ ਜੀ ਮੁਸਕਰਾਏ और स्वभाव देख करके और वीर बहादुर जान करके मुस्कराए। काम पूरा करके आए हैं, इस करके गुरु साहब जी मुस्करा रहे हैं। जन्म तन जग पयो तुहारा। हे भाई विधि चंद, जगत विच आउणा तेरा सफल हो गया, तेरा जन्म धनता दे योग हो गया। सुधारत गुर घर कारा। गुरु घर दा सारा काम तू सवारदा रहा है। ਜਦੋਂ ਦਿਲਬਾਗ ਗੁਲਬਾਗ ਨਾਮੇ ਘੋੜੇ ਲਿਆਂਦੇ ਔਰ ਕਿਸ ਤਰ੍ਹਾਂ ਸਾਰੇ ਕੰਮ ਜੋ ਵੀ ਕੰਮ ਸੌਂਪਿਆ ਉਹ ਕੰਮ ਬਖੂਬੀ ਨਿਭਾਇਆ ਭਾਈ ਵਿਧੀ ਚੰਦ ਜੀ ਨੇ। ਇਸ ਲਈ ਤਾਰੀਫ ਕਰ ਰਹੇ ਹਨ ਭਾਈ ਵਿਧੀ ਚੰਦ ਜੀ ਦੀ, ਤੁਹਾਡਾ ਜਨਮ ਸਫਲ ਹੋ ਗਿਆ। ਵਿਧੀ ਚੰਦ ਆਨੰਦ ਬਿਲੰਦੇ। ਇਹ ਸੁਣ ਕੇ ਭਾਈ ਵਿਧੀ ਚੰਦ ਜੀ ਬਹੁਤ ਪ੍ਰਸੰਨ ਹੋਏ। ਪਰਸ ਪਦਾਰ ਬਿੰਦ ਕਰ ਬੰਦੇ। ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਉੱਪਰ ਨਮਸਕਾਰ ਕੀਤੀ, ਵੰਦਨਾ ਕੀਤੀ। ਇਹੋ ਸਬਰਾਵਰ ਕੀ ਬਹੁ ਕਰੋ ਨਾ। हे ਮਹਾਰਾਜ, ਇਹ ਸਭ ਆਪ ਜੀ ਦੀ ਕਿਰਪਾ ਸਦਕਾ ਹੋਇਆ। ਮੈਂ कौन हाँ कुछ करन वाला। कबीर ना हम किया ना करेंगे, ना कर सके शरीर, क्या जानो कि हर किया भयो कबीर कबीर। हे महाराज, ये सब आप जी की कृपा है। दास दीन ने क्या है करना। मैं दीनहीन दास ने की करना है, मैं की कर सकता, मैं कुछ करन जोगा नहीं हाँ। निमरता वाले कहते मैं करन जोगा नहीं हाँ। मेरा किया कछु न होए, कर है राम होए है सोए। पर हंकारी पुरुष आखते हैं हम किया, हम करेंगे, हम मूरख गवार। जेड़े मूरख गवार हैं कहते आ काम मैं किया, मैं ही कर सकता, मैथों बिना दूजा कौन कर सकता है। पर निमरतावान भाई विधि चंद जी कह रहे हैं ये सब आप जी की कृपा का सदका है, जो आप जी का हुक्म अनुसार काम पूरा करके आया। मैं दीनहीन और आप जी का सेवक, मैं की कर सकता हाँ। बसन बिपोखन तन गन लियायो। वस्त्र गहने अनगिनत धन लैके आए हैं। श्री सतगुर के अंग टिकायो। वो सारियां भेटावां गुरु चरना विच अर्पण कीतियां। भोरे चपल सकल दरसाएब। चंचल बली घोड़े दे दर्शन कराए। ਉਹ ਘੋੜਾ ਸਾਹਮਣੇ ਗੁਰੂ ਸਾਹਿਬ ਜੀ ਦੇ ਸਨਮੁਖ ਲਿਆ ਕੇ ਖੜਾ ਕੀਤਾ। ਅਰਪੇ ਪਗ ਪੰਕਜ ਲਪਟਾਏਬ। ਉਹ ਘੋੜਾ ਅਰਪਣ ਕਰਕੇ ਚਰਨਾਂ ਕਮਲਾਂ ਦੇ ਨਾਲ ਭਾਈ ਵਿਧੀ ਚੰਦ ਜੀ ਲਿਪਟ ਗਏ। ਗਏ ਭੁਜ ਪ੍ਰਭੋ ਨਿਜ ਕੰਠ ਲਗਾਇਓ। ਗੁਰੂ ਸਾਹਿਬ ਜੀ ਨੇ ਬਾਹਾਂ ਤੋਂ ਫੜ ਕੇ ਗਲੇ ਲਗਾਇਆ। ਬ੍ਰਹਮ ਗਿਆਨ ਮਨ ਬਿਖੈ ਟਿਕਾਇਓ। ਭਾਈ ਵਿਧੀ ਚੰਦ ਜੀ ਦਾ ਮਨ ਬ੍ਰਹਮ ਗਿਆਨ ਵਿੱਚ ਟਿਕਾ ਦਿੱਤਾ, ਸਥਿਤ ਕਰ ਦਿੱਤਾ। ਅਧਿਕ ਪ੍ਰਸੰਨ ਹੋਏ ਟਿਕ राखें। अधिक प्रसन्न होए टिग राखें। बहुत प्रसन्न होकर के भाई विधि चंद जी नूं अपने कोल रखते हैं। निज मन बात ताही सो पाखें। और
ਮਨ ਭਾਉਂਦੇ ਬਚਨ ਕਾ ਆਖਦੇ ਹਨ। ਇਸ ਪ੍ਰਕਾਰ ਦਿਨ ਗੁਰੂ ਬਿਤਾਵੈ, ਇਸ ਪ੍ਰਕਾਰ ਗੁਰੂ ਸਾਹਿਬ ਜੀ ਦਿਨ ਬਤੀਤ ਕਰਦੇ ਹਨ। ਗੁਰ ਸਿੱਖੀ ਮਗਬਾ ਬਿਦਤਾਵੈ, ਔਰ ਕੀਰਤਪੁਰ ਸਾਹਿਬ ਰਹਿ ਕਰਕੇ ਗੁਰਸਿੱਖੀ ਦਾ ਬਹੁਤ ਪ੍ਰਚਾਰ ਕਰਦੇ ਹਨ, ਗੁਰਸਿੱਖੀ ਪ੍ਰਗਟ ਕਰ ਰਹੇ ਹਨ। ਤੀਰ ਸਤਦਰਵ ਜਾਏ ਨਿਹਾਰੈ, ਕਦੇ ਕਦੇ ਸਤਲੁਜ ਦਰਿਆ ਦੇ ਕੰਢੇ ਜਾ ਕਰਕੇ ਔਰ ਜਲ ਪ੍ਰਵਾਹ ਦੇਖਦੇ ਹਨ, ਮਨੋਰੰਜਨ ਕਰਦੇ ਹਨ। ਜਲ ਨਿਰਮਲ ਕੀ ਸਿਫਤ ਉਚਾਰਾ, ਸਤਲੁਜ ਦਰਿਆ ਦੇ ਨਿਰਮਲ ਜਲ ਦੀ ਸਿਫਤ ਕਰਦੇ ਹਨ। ਪਾਵਸ ਰਿਤੂ ਜਗ ਮੈਂ ਪ੍ਰਗਟਾਈ, ਪਾਵਸ ਰਿਤ ਬਰਖਾ ਰੁੱਤ ਜਗਤ ਵਿੱਚ ਪ੍ਰਗਟ ਹੋਈ। 34 ਸਗਨ ਘਟਾ ਘੁਰਿਆਈ, ਚਾਰ ਚੁਫੇਰਿਓਂ ਸੰਗਣੀ ਘਟਾ ਔਰ ਉਮੜ ਘੁਮੜ ਕੇ ਆਈ। ਬਰਨ ਬਣਨ ਕੇ ਜਲਧਰ ਬਰਖੈ, ਔਰ ਰੰਗਾ ਰੰਗਾਂ ਦੇ ਜਲਧਰ ਬੱਦਲ ਵਰਖਾ ਕਰਨ ਲੱਗੇ। ਮਿੱਟੀ ਤਤ ਜੰਤੂ ਜਨ ਹਰਖੈ, ਔਰ ਜਲ ਜੰਤੂ ਸਾਰੇ ਪ੍ਰਸੰਨ ਹੋ ਗਏ। ਜਦੋਂ ਮੀਂਹ ਪੈਂਦਾ ਹੈ ਸਾਵਣ ਦੇ ਮਹੀਨੇ ਵਿੱਚ ਤੇ ਸਾਰੇ ਜਲ ਜੰਤੂ ਜਿਹੜੇ ਹਨ ਉਹ ਪ੍ਰਸੰਨ ਹੋ ਜਾਂਦੇ ਨੇ, ਖੁਸ਼ੀ ਹੁੰਦੀ ਹੈ। ਗੁਰਬਾਣੀ ਵਿੱਚ ਪ੍ਰਮਾਣ ਹੈ, ਨਾਨਕ ਸਾਵਣ ਜੇ ਵਸੈ ਚੌ ਉਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਚਾਰ ਪ੍ਰਾਣੀਆਂ ਨੂੰ ਬੜਾ ਪ੍ਰਸੰਨਤਾ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਹੈ। ਨਾਗਾਂ ਸੱਪਾਂ ਨੂੰ, ਮਿਰਗਾਂ ਹਰਨਾਂ ਨੂੰ, ਮੱਛੀਆਂ ਨੂੰ ਤੇ ਰਸਿਕ ਪੁਰਸ਼ਾਂ ਨੂੰ, ਕਿਉਂਕਿ ਉਹਨਾਂ ਦੇ ਖਾਣ ਪੀਣ ਵਾਸਤੇ ਮੌਸਮੇ ਬਹਾਰ ਬਣ ਜਾਂਦਾ ਹੈ। ਫਿਰ ਨਾਨਕ ਸਾਵਣ ਜੇ ਵਸੈ ਚੌ ਵਿਛੋੜਾ ਹੋਏ, ਚਾਰ ਪ੍ਰਾਣੀਆਂ ਨੂੰ ਦੁੱਖ ਵੀ ਬੜਾ ਹੁੰਦਾ ਹੈ। ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ, ਗਾਂ ਦੇ ਪੁੱਤ ਬਲਦ ਨੂੰ, ਨਿਰਧਨ ਜੋ ਰੋਜ਼ ਕਮਾਉਣ ਖਾਣ ਵਾਲੇ ਹਨ, ਰਾਹੀ ਮੁਸਾਫਰਾਂ ਨੂੰ ਜੋ ਪੈਦਲ ਚੱਲਣ ਵਾਲੇ ਹਨ। ਗਲੀ ਸੜਕ ਸਭ ਚਿੱਕੜਾਂ ਦੇ ਨਾਲ ਭਰ ਜਾਂਦੇ ਹਨ। ਤੇ ਇਹਨਾਂ ਚਾਰਾਂ ਨੂੰ ਤਾਂ ਖੁਸ਼ੀ ਹੁੰਦੀ ਹੈ ਤੇ ਚਾਰਾਂ ਨੂੰ ਦੁੱਖ ਵੀ ਬੜਾ ਹੁੰਦਾ ਹੈ। ਸੋ ਜਦੋਂ ਵਰਖਾ ਰਿਤ ਆਈ ਸਾਰੇ ਜਲ ਜੰਤੂ ਜਿਹੜੇ ਹਨ ਪ੍ਰਸੰਨ ਹੋ ਗਏ। ਨੀਰ ਨਵੀਰ ਨਦੀ ਮੈਂ ਚਲੈ, ਨਦੀਆਂ ਦੇ ਵਿੱਚ ਨਵਾਂ ਜਲ ਆ ਗਿਆ। ਊਲਨ ਕੋ ਟਾਹਤ ਜਨੁ ਗਿਲੈ, ਔਰ ਨਦੀ ਦੇ ਕਿਨਾਰੇ ਜਿਹੜੇ ਹਨ ਜਲ ਦਾ ਧਾਰਾ ਪ੍ਰਵਾਹ ਉਸ ਕਿਨਾਰਿਆਂ ਨੂੰ ਢਾਉਂਦਾ ਹੈ। ਤੁਣ ਕਾ ਸਟ ਸੰਚੈ ਬਹੁ ਬਹਿ, ਜਿਹੜੇ ਬਹੁਤ ਸਾਰੇ ਕੱਖ ਲੱਕੜਾਂ ਇਕੱਠੀਆਂ ਕੀਤੀਆਂ ਹਨ ਉਹ ਸਭ ਰੁੜ ਜਾਂਦੇ ਹਨ। ਜਲ ਜੰਤੂ ਉਛਲਤ ਸੁਖ ਲਹਿ, ਬਹੁਤਾ ਪਾਣੀ ਹੋਣ ਕਰਕੇ ਜਲ ਜੰਤੂ ਸਾਰੇ ਉਛਲਦੇ ਹਨ, ਖੁਸ਼ੀਆਂ ਮਾਣਦੇ ਹਨ। ਘਨ ਘੋਰਨ ਤੇ ਮੋਰਨ ਸੋਰ, ਬੱਦਲ ਜਦੋਂ ਗੱਜਦੇ ਹਨ ਤੇ ਮੋਰ ਜਿਹੜੇ ਹਨ ਪੈਲੀਆਂ ਪਾਉਂਦੇ ਹਨ। ਸੁਨੀਅਤ ਕੀਰਤਪੁਰ ਚਹੁ ਔਰ, ਔਰ ਮੋਰਾਂ ਦੇ ਨੱਚਣ ਦੇ ਦ੍ਰਿਸ਼ ਨੂੰ ਕੀਰਤਪੁਰ ਦੇ ਚਾਰ ਚੁਫੇਰੇ ਲੋਕ ਦੇਖਦੇ ਹਨ। ਬਿਨਾ ਧੂਲ ਤੇ ਸੈਲ ਵਿਸਾਲੇ, ਬਿਨਾਂ ਧੂਲ ਤੋਂ ਬਿਨਾਂ ਗੰਦਗੀ ਤੋਂ ਪਹਾੜ ਸਵੱਛ ਹੋ ਗਏ। ਜੋ ਧੂੜ ਮਿੱਟੀ ਘੱਟੇ ਦੇ ਨਾਲ ਗੰਦਗੀ ਭਰੀ ਸੀ ਔਰ ਵਰਖਾ ਹੋਣ ਕਰਕੇ ਪਹਾੜ ਵੀ ਧੋਤੇ ਗਏ। ਖਰੇ ਤਰੋਵਰ ਫਲਤ ਰਸਾਲੇ, ਖੜੇ ਹੋਏ ਦਰਖਤ ਜਿਹੜੇ ਹਨ ਹਰੇ ਭਰੇ ਹੋ ਗਏ, ਫਲ ਦੇ ਨਾਲ ਰਸਦਾਇਕ ਫਲ ਦੇ ਨਾਲ ਲੱਦ ਗਏ। ਭਾਂਤ ਭਾਂਤ ਕੀ ਸ਼ੋਭਾ ਹੋਤ, ਨਾਨਾ ਪ੍ਰਕਾਰ ਦੀ ਸ਼ੋਭਾ ਹੋਣ ਲੱਗੀ। ਸਤਿਗੁਰ ਹੈਰਤ ਆਨੰਦ ਉਦੋਤ, ਕੀਰਤਪੁਰ ਸਾਹਿਬ ਚਾਰ ਚੁਫੇਰੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਮਣੀਕ ਦ੍ਰਿਸ਼ ਨੂੰ ਦੇਖ ਕਰਕੇ ਆਨੰਦ ਪ੍ਰਸੰਨ ਹੁੰਦੇ ਹਨ। ਹਰਿਆਵਲ ਹੋਈ ਸਭ ਰਵੇਨੀ, ਔਰ ਸਾਰੀ ਧਰਤੀ ਜਿਹੜੀ ਹੈ ਹਰਿਆਵਲ ਹੋ ਗਈ। ਇੰਦ ਬਧੂ ਜੁਤ ਦੇਖਤ ਅਵੇਨੀ, ਦੇਵਤੇ ਚੀਜ਼ ਬਹੁਟੀਆਂ ਆਦਿਕ ਸਾਰੇ ਧਰਤੀ ਦੇ ਰਮਣੀਕ ਦ੍ਰਿਸ਼ ਨੂੰ ਦੇਖਦੇ ਹਨ। ਸਾਵਣ ਅਰ ਭਾਦਰੋ ਜੁਗ ਮਾਸ, ਸਾਵਣ ਤੇ ਭਾਦਰੋਂ 2 ਮਹੀਨੇ ਕੀਰਤਪੁਰ ਮੈਂ ਕਰ ਬਿਲਾਸ, ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਿਲਾਸ ਕੌਤਕ ਕਰਦੇ ਰਹੇ। ਸ਼ਬਦ ਕੀਰਤਨ ਹੋਏ ਸਦਾਈ, ਸਦਾ ਹੀ ਸ਼ਬਦ ਕੀਰਤਨ ਦੀ ਚੌਕੀ ਹੁੰਦੀ ਹੈ।
ਰਬਾਬੀ ਕੀਰਤਨੀਏ ਆ ਕੇ ਸ਼ਬਦ ਗਾਇਨ ਕਰਦੇ ਹਨ। ਸੁਨ ਸੁਨ ਸਿੱਖਨ ਗੁਰਮਤਿ ਪਾਈ। ਔਰ ਸੁਣ ਸੁਣ ਕੇ ਸਾਰੇ ਸਿੱਖ ਗੁਰਸਿੱਖੀ ਨੂੰ ਧਾਰਨ ਕਰਦੇ ਹਨ। ਦੋਹਰਾ ਪਾਵਸ ਬਰਖ ਅਧਿਕ ਹੋਇ ਕਰਤਾ ਸੈਲਨ ਸੈਲ। ਔਰ ਬਰਖਾ ਰੁੱਤ ਵਿੱਚ ਬਹੁਤ ਬਰਖਾ ਹੋ ਰਹੀ ਹੈ ਔਰ ਪਹਾੜ ਅਤੇ ਨਦੀਆਂ ਵਿੱਚ ਬਹੁਤ ਪਾਣੀ ਹੈ ਔਰ ਪਹਾੜ ਵੀ ਸਾਫ ਸੁਥਰੇ ਹੋ ਗਏ ਹਨ। ਸ੍ਰੀ ਹਰਿ ਗੋਬਿੰਦ ਬਹੁ ਕਰੈ ਨੀਚੇ ਉੱਚੇ ਗੈਲ। ਔਰ ਕਦੇ ਦਰਿਆ ਦੇ ਕੰਢੇ ਸਤਲੁਜ ਦਰਿਆ ਦੇ ਕੰਢੇ ਕਦੇ ਪਹਾੜਾਂ ਦੇ ਉੱਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਪਰ ਨੀਚੇ ਸੈਲ ਕਰਦੇ ਹਨ। ਪਾਵਸ ਇਸੇ ਪ੍ਰਕਾਰ ਬਿਤਾਈ। ਔਰ ਇਸੇ ਪ੍ਰਕਾਰ ਬਰਖਾ ਰੁੱਤ ਬਤੀਤ ਕੀਤੀ। ਸਰਦ ਸੁੰਦਰੀ ਰਿਤ ਪੁਨ ਆਈ। ਸੁੰਦਰੀ ਸਰਦ ਰਿਤੂ ਆ ਗਈ। ਭਏ ਸੇਤ ਘਨ ਜਲ ਕੋ ਛੋਰ। ਔਰ ਭਏ ਸੋਤ ਘਨ ਜਲ ਕੋ ਛੋਰ। ਸੇਤ ਭਏ ਸੇਤ ਚਿੱਟੇ ਹੋ ਗਏ, ਬੱਦਲ ਜਿਹੜੇ ਹਨ ਸਾਫ਼ ਹੋ ਗਏ, ਜਲ ਨੂੰ ਛੱਡ ਦਿੱਤਾ ਔਰ ਬੱਦਲ ਸਾਫ਼ ਹੋ ਗਏ। ਬਿਮਲ ਆਕਾਸ਼ ਭਇਓ ਚਹੁ ਔਰ। ਚਾਰ ਚੁਫੇਰੇ ਆਕਾਸ਼ ਬਿਮਲ ਨਿਰਮਲ ਹੋ ਗਿਆ। ਕਵ ਕਵ ਸ੍ਰੀ ਗੁਰ ਦਿੱਤਾ ਚਰੈ। ਕਦੇ ਕਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਚੜ ਕੇ ਸ਼ਿਕਾਰ ਕਰਨ ਜਾਂਦੇ ਹਨ। ਬਹਿਰ ਅਖੇਰ ਬਿਰਤ ਕੋ ਕਰੈ। ਅਖੇਰ ਬਿਰਤੀ ਧਾਰਨ ਕਰਕੇ ਘੋੜੇ ਤੇ ਸਵਾਰ ਹੋ ਕੇ ਸਿੱਖ ਸੇਵਕਾਂ ਦੇ ਨਾਲ ਜਾਂਦੇ ਹਨ। ਬਾਂਛਤ ਲੇਤ ਸੰਗ ਅਸਵਾਰ। ਔਰ ਜਿਤਨੇ ਸਿੱਖ ਸੂਰਮਿਆਂ ਦੀ ਲੋੜ ਹੁੰਦੀ ਹੈ ਨਾਲ ਲੈ ਕੇ ਚੱਲਦੇ ਹਨ। ਵਿਚਰੈ ਜੈ ਕੈ ਵਿਪਨ ਮਝਾਰ। ਔਰ ਕੀਰਤਪੁਰ ਸਾਹਿਬ ਦੇ ਜੰਗਲਾਂ ਵਿੱਚ ਜਿੱਥੇ ਕਿਤੇ ਬਾਬਾ ਗੁਰਦਿੱਤਾ ਜੀ ਘੋੜੇ ਤੇ ਸਵਾਰ ਹੋ ਕੇ ਵਿਚਰਦੇ ਹਨ। ਸ੍ਰੀ ਹਰਿ ਗੋਬਿੰਦ ਥਿਰਤਾ ਗਹੀ। ਇੱਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਥਿਰਤਾ ਧਾਰਨ ਕਰ ਲਈ ਹੈ। ਬਹੁਰ ਬਹੁਰ ਬਹੁ ਗਮਨੈ ਨਹੀਂ। ਔਰ ਮੁੜ ਕੇ ਬਾਹਰ ਕਿਧਰੇ ਜਾਂਦੇ ਨਹੀਂ ਹਨ। ਕਰਨ ਅਖੀਰ ਰੂਢਨ ਬਾਜ। ਔਰ ਸ਼ਿਕਾਰ ਕਰਨਾ ਤੇ ਘੋੜੇ ਤੇ ਚੜਨਾ। ਜਿਉ ਰੱਖਬੋ ਸਵਾਨ ਰੁਵਾਜ। ਸਵਾਨ ਸ਼ਿਕਾਰੀ ਕੁੱਤੇ ਤੇ ਬਾਜ ਰੱਖਣੇ ਸਭ ਛੱਡ ਦਿੱਤੇ। ਜੁਗਮ ਸਮੈ ਸੁਭ ਸਭਾ ਲਗਾਵੈ। ਦੋਵੇਂ ਸਮੇਂ ਗੁਰੂ ਸਾਹਿਬ ਜੀ ਗੁਰ ਸਭਾ ਲਗਾਉਂਦੇ ਹਨ। ਸ਼ਬਦ ਰਵਾਵੀ ਸੁੰਦਰ ਗਾਵੈ। ਔਰ ਰਬਾਬੀ ਕੀਰਤਨੀਏ ਸੁੰਦਰ ਸ਼ਬਦ ਗਾਇਨ ਕਰਦੇ ਹਨ। ਸਿੱਖ ਸੰਗਤ ਚੋਂ ਦਿਸ ਤੇ ਆਏ। ਚਾਰੇ ਦਿਸ਼ਾਵਾਂ ਤੋਂ ਸਿੱਖ ਸੰਗਤਾਂ ਆਉਂਦੀਆਂ ਹਨ। ਲਿਆਏ ਉਪਾਇਨ ਕੋ ਸਮੁਦਾਏ। ਬਹੁਤ ਸਾਰੀਆਂ ਉੱਤਮ ਭੇਟਾਵਾਂ ਲਿਆ ਕੇ ਅਰਪਣ ਕਰਦੀਆਂ ਹਨ। ਅਰਪੈ ਦਰਸੈ ਕਰੈ ਬਡ ਭਾਗੇ। ਔਰ ਭੇਟਾਵਾਂ ਅਰਪਣ ਕਰਕੇ ਦਰਸ਼ਨ ਪਰਸ਼ਨ ਕਰਕੇ ਬੜਭਾਗੀ ਸਿੱਖ ਜਿਹੜੇ ਹਨ ਨਿਹਾਲ ਹੁੰਦੇ ਹਨ। ਚਰਨ ਸਪਰਸੈ ਪ੍ਰੇਮ ਸੁਪਾਗੇ। ਪ੍ਰੇਮ ਰਸ ਵਿੱਚ ਭਿੱਜੇ ਹੋਏ ਚਰਨਾਂ ਨੂੰ ਸਪਰਸ਼ ਕਰਦੇ ਹਨ। ਦਰਸ਼ਨ ਅਤੇ ਪਰਸ਼ਨ, ਦਰਸ਼ਨ ਤਾਂ ਦੂਰੋਂ ਵੀ ਹੋ ਜਾਂਦੇ ਹਨ ਤੇ ਪਰਸ਼ਨ ਨੇੜਿਓਂ, ਨੇੜੇ ਆ ਕੇ ਚਰਨਾਂ ਨੂੰ ਹੱਥਾਂ ਦੇ ਨਾਲ ਪਰਸਣਾ, ਇਹ ਦਰਸ਼ਨ ਪਰਸ਼ਨ ਕਰਕੇ ਨਿਹਾਲ ਹੁੰਦੇ ਹਨ। ਸੁਨੈ ਬਚਨ ਸਿਮਰੈ ਸਤਨਾਮੁ। ਸਤਿਗੁਰਾਂ ਦੇ ਮੁਖਾਰ ਬਿੰਤੋਂ ਸੋ ਬਚਨ ਸੁਣ ਕਰਕੇ ਉਪਦੇਸ਼ ਦੇ ਬਚਨ ਸੁਣ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਪਾਏ ਸ੍ਰੀ ਕੋ ਗਮਨੈ ਧਾਮੁ। ਕਲਿਆਣ ਪਾ ਕਰਕੇ ਆਪੋ ਆਪਣੇ ਘਰਾਂ ਨੂੰ ਜਾਂਦੇ ਹਨ। ਮਹਾਜੰਗ ਹੋਇਓ ਬਹੁ ਅਰੇ। ਬਹੁਤ ਮੁਗਲਾਂ ਦੇ ਨਾਲ ਬਹੁਤ ਭਾਰੇ ਜੰਗ ਹੋਏ। ਕਾਬਲ ਆਦਿਕ ਕੇ ਨਰ ਮਰੇ। ਕਾਬਲ ਕੰਧਾਰ ਤੋਂ ਆਦਿਕ ਜਿਤਨੇ ਵੀ ਤੁਰਕ ਸਨ ਸਾਰਾ ਤੁਰਕਾਨਾ ਮਰਿਆ। ਉਤ ਦਿੱਲੀ ਆਦਿਕ ਪੁਰਬਾਸੀ। ਔਰ ਉਧਰ ਦਿੱਲੀ ਆਦਿਕ ਨਗਰਾਂ ਸ਼ਹਿਰਾਂ ਦੇ ਲੋਕ ਜਿਹੜੇ ਸਨ ਲਰੇ ਗੁਰੂ ਸੰਗ ਭਏ ਬਿਨਾਸੀ। ਉਹ ਦਿੱਲੀ ਆਦਿਕ ਸ਼ਹਿਰਾਂ ਦੇ ਤੁਰਕ ਆ ਕਰਕੇ ਜੋ ਗੁਰੂ ਸਾਹਿਬ ਜੀ ਦੇ ਨਾਲ ਲੜੇ ਉਹਨਾਂ ਦਾ ਵਿਨਾਸ਼ ਹੋਇਆ। ਗੁਰੂ ਸੂਰਤਾ ਬਿਦਤ ਜਹਾਨ। ਸਾਰੇ ਜਹਾਨ ਵਿੱਚ ਗੁਰੂ ਸਾਹਿਬ ਜੀ ਦੀ ਸੂਰਮਤਾਈ ਪ੍ਰਗਟ ਹੋ ਗਈ। ਵੱਡ ਬਹਾਦੁਰ ਕਰੈ ਬਖਾਨ। ਸਾਰੇ ਲੋਕ ਕਹਿੰਦੇ ਨੇ ਵੱਡੇ ਬਹਾਦਰ ਹਨ,
ਬੜ ਜੋਧਾ ਬਹੁ ਪਰਉਪਕਾਰੀ ਹਨ। ਅਲਪ ਚਮੋ ਜਿਨ ਕੇ ਰਹਿ ਪਾਸੀ, ਜਿਨ੍ਹਾਂ ਦੇ ਪਾਸ ਥੋੜੀ ਗਿਣਤੀ ਵਿੱਚ ਥੋੜੀ ਸੈਨਾ ਰਹਿੰਦੀ ਹੈ। ਲਾਖੋ ਸਤੁਰਨ ਕਰੇ ਬਿਨਾਸੀ, ਥੋੜੀ ਸੈਨਾ ਦੇ ਨਾਲ ਲੱਖਾਂ ਸ਼ਤਰੂਆਂ ਬੈਰੀਆਂ ਦਾ ਵਿਨਾਸ਼ ਕਰਨ ਵਾਲੇ ਹਨ ਗੁਰੂ ਸਾਹਿਬ ਜੀ। ਸਿਰ ਪੀਰਨ ਕੇ ਪੀਰ ਵਿਸਾਲਾ, ਔਰ ਪੀਰਾਂ ਦੇ ਸਿਰਮੌਰ ਪੀਰ ਹਨ, ਪੀਰਾਨ ਪੀਰ ਹਨ ਗੁਰੂ ਸਾਹਿਬ ਜੀ। ਬੜ ਮੀਰਨ ਕੋ ਮੀਰ ਸੁਚਾਲਾ, ਔਰ ਮੀਰਾਂ ਦੇ ਮਹਾਨ ਮੀਰ ਹਨ, ਔਰ ਮੇਰੀ ਪੀਰੀ ਦੇ ਮਾਲਕ ਹਨ। ਮੇਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਨ ਵਾਲੇ ਬੜ ਜੋਧਾ ਬਹੁ ਪਰਉਪਕਾਰੀ ਹਨ। ਸਾਉ ਜਹਾਂ ਜਿਨ ਸੋਲਰ ਹਾਰੇ, ਸ਼ਾਹਜਹਾਂ ਬਾਦਸ਼ਾਹ ਜਿਸ ਗੁਰੂ ਸਾਹਿਬ ਜੀ ਦੇ ਨਾਲ ਅੜ ਕੇ ਲੜ ਕੇ ਹਾਰਿਆ। ਅਪਰ ਬਾਪੁਰੇ ਕਹਾਂ ਵਿਚਾਰੇ, ਜਦੋਂ ਸ਼ਾਹਜਹਾਂ ਹਾਰ ਗਿਆ, ਜਿਸ ਦੇ ਪਾਸ ਲੱਖਾਂ ਦੀ ਗਿਣਤੀ ਵਿੱਚ ਤੁਰਕ ਸੈਨਾ ਸੀ ਔਰ ਕਿਤਨੇ ਹੀ ਉਸਦੇ ਪਾਸ ਹਥਿਆਰ ਸਨ, ਜਦੋਂ ਸਮੇਂ ਦਾ ਮੌਜੂਦਾ ਬਾਦਸ਼ਾਹ ਹਾਰ ਗਿਆ ਸ਼ਾਹਜਹਾਂ, ਤੇ ਹੋਰ ਆਮ ਲੋਕਾਂ ਦੀ ਕੀ ਬਿਸਾਤ ਹੈ। 4 ਬਾਰ ਕਰ ਰਾਰ ਖਪਾਏ, 4 ਬਾਰ ਜੰਗ ਹੋਇਆ ਔਰ ਜੰਗ ਕਰਕੇ ਚਾਰੇ ਜੰਗਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 1,57,000 ਮੁਗਲ ਮਾਰੇ। ਜੀਵਤ ਕੋ ਨੈ ਸਦਨ ਪਠਾਏ, ਕਿਸੇ ਤੁਰਕ ਨੂੰ ਜਿਉਂਦਿਆਂ ਘਰ ਨਹੀਂ ਭੇਜਿਆ। ਵਿਦਿਤਿਓ ਜਗ ਬਿਲੰਦ ਪਰ ਸੰਗ, ਇਹ ਪ੍ਰਸੰਗ ਸਾਰੇ ਜਗਤ ਵਿੱਚ ਪ੍ਰਸਿੱਧ ਹੋ ਗਿਆ, ਫੈਲ ਗਿਆ। ਮਰੇ ਹਜ਼ਾरों ਜੋਧਾ ਜੰਗ, ਔਰ ਹਜ਼ਾरों ਹੀ ਯੋਧਾ ਜੰਗ ਵਿੱਚ ਮਾਰੇ ਗਏ, ਸਾਰਾ ਤੁਰਕਾਣਾ ਮਾਰਿਆ ਗਿਆ। ਸੋ ਸਾਧ ਸੰਗਤ ਜੀ, ਇੱਥੇ ਕਥਾ ਵਿਰਾਮ ਤੇ ਆ ਗਈ ਹੈ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ 2 ਮਿੰਟ ਵਾਹਿਗੁਰੂ ਗੁਰਮੰਤਰ ਦੀ ਹਾਜ਼ਰੀ ਲਾ ਕੇ ਉਪਰੰਤ ਸਮਾਪਤੀ ਕਰਾਂਗੇ। ਕੋਈ ਰਸਨਾ ਵਾਂਝੀ ਨਾ ਰਹੇ। ਊਠਤ ਬੈਠਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਪਹਿਲਾਂ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਫਿਰ ਬਿਨ ਜਿਹਵਾ ਜੋ ਜਪੈ ਹੈ ਆਏ। ਜਦੋਂ ਅਭਿਆਸ ਦ੍ਰਿੜ ਹੋ ਜਾਵੇ ਤੇ ਬਿਨਾਂ ਜ਼ਬਾਨ ਹਿਲਾਏ ਅਜੱਪਾ ਜਾਪ ਸ਼ੁਰੂ ਹੋ ਜਾਂਦਾ ਹੈ। ਇਹ ਅਭਿਆਸ ਕਰਨ ਦੇ ਨਾਲ ਇਹ ਗੱਲ ਸੰਭਵ ਹੈ। ਜੋ ਜਿੰਨਾ ਜ਼ਿਆਦਾ ਵਾਹਿਗੁਰੂ ਗੁਰਮੰਤਰ ਦਾ ਦਿਨ ਰਾਤ ਅਖੰਡ ਜਾਪ ਕਰਦਾ ਹੈ, ਉਹ ਇੱਕ ਦਿਨ ਆਪਣੇ ਆਪ ਅਜੱਪਾ ਜਾਪ ਸ਼ੁਰੂ ਹੋ ਜਾਂਦਾ ਹੈ। ਸੋ ਸਾਰੇ ਮਿਲ ਕੇ ਵਾਹਿਗੁਰੂ ਦਾ ਜਾਪ ਕਰੀਏ। ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮਕਾਲ। ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।